ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਇਸ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਬਰਜ ਟਾਹਾਂ ਨਾਲ। ਇਸ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ ਇਸ ਸੈਗਮੈਂਟ ਨੂੰ ਜਿਹੜਾ ਅਸੀਂ ਸ਼ੁਰੂ ਕੀਤਾ ਕਿ ਕਮਿਊਨਿਟੀ ਵਿੱਚ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਕਿਸੇ ਵੀ ਫੀਲਡ ਵਿੱਚ ਕੁਝ ਉਪਲਬਧੀਆਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਕਰਵਾ ਸਕੀਏ। ਅਗੇਨ ਜੋ ਉਹਨਾਂ ਨੇ ਜਦੋਜਹਿਦ ਕੀਤੀ ਤੇ ਜਿਸ ਵੀ ਮੁਕਾਮ ਤੱਕ ਪਹੁੰਚੇ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਕੀ ਸਿੱਖ ਸਕਦੀ ਹੈ, ਇਹ ਅਸੀਂ ਫੋਕਸ ਕਰਕੇ ਗੱਲਬਾਤ ਕਰਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਬਰਜ ਟਾਹਾਂ ਦਾ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਰਜ ਜੀ, ਥੋੜ੍ਹਾ ਜਿਹਾ ਪਿਛੋਕੜ ਤੁਹਾਡਾ, ਤੁਸੀਂ ਕਿਸ ਸਨ ਵਿੱਚ ਕੈਨੇਡਾ ਆਏ ਤੇ ਇੱਥੇ ਆ ਕੇ ਕੀ ਕੁਝ ਕੀਤਾ? ਹਾਂਜੀ, ਮੈਂ ਜੂਨ 4 1967 ਦੇ ਵਿੱਚ ਆਇਆ। ਮੇਰੀ ਮਦਰ ਦੇ ਨਾਲ ਤੇ 3 ਮੇਰੀਆਂ ਭੈਣਾਂ, 2 ਬੜੀਆਂ ਸੀ ਅਤੇ 1 ਛੋਟੀ ਸੀਗੀ ਜੀ। ਮੇਰੇ ਫਾਦਰ ਹੁਣੀ ਆਲਰੇਡੀ ਪਹਿਲਾਂ ਦੇ ਇੱਥੇ ਆਏ ਹੋ ਸੀਗੇ। ਓਕੇ। ਸੋ ਸਾਡੀ ਫੈਮਿਲੀ ਪੋਰਟਲਬਰਨੀ ਦੇ ਵਿੱਚ ਰਹਿ ਰਹੀ ਸੀਗੀ। ਸਾਡੇ ਫੁੱਫੜ ਜੀ ਉੱਥੇ 1933 ਤੋਂ ਆਏ ਹੋ ਆ, ਤਾਂ ਉਹਨਾਂ ਦੇ ਬਾਪ ਪਹਿਲਾਂ ਆਏ ਸੀਗੇ, ਗਦਰੀ ਬਾਬਰਿਆਂ ਦੇ ਵਿੱਚ ਗਿਣੇ ਜਾਂਦੇ ਆ। ਇਵੇਂ ਹੀ ਮੇਰੇ ਨਾਨਾ ਜੀ, ਜਿਹੜਾ ਪੰਡੋਰੀ ਲੱਦਾ ਸਿੰਘ ਪਿੰਡ ਆ, ਉੱਥੋਂ ਕੋਈ 20 ਆਦਮੀ 1906 ਦੇ ਵਿੱਚ ਉੱਠ ਕੇ ਅਮਰੀਕਾ ਨੂੰ ਆਏ ਆ। ਮੇਰੇ ਨਾਨਾ ਜੀ ਅਮਰੀਕਾ 'ਚ ਗਏ ਆ, ਤਾਂ ਬਾਕੀ ਜਿਹੜੀ ਢੱਲੋਂ ਆ ਫੈਮਿਲੀ, ਉਹਨਾਂ 'ਚੋਂ ਕਾਫੀ ਸੱਜਣ ਇੱਥੇ ਫਿਰ ਵੈਨਕੂਵਰ ਆਇਆ। ਇਹਨਾਂ ਦੇ ਵਿੱਚੋਂ ਸਾਰੇ ਫਿਰ ਕਾਫੀ ਮੁੜ ਕੇ ਗਏ ਇੰਡੀਆ ਨੂੰ ਆਜ਼ਾਦੀ ਵਾਸਤੇ। ਓਕੇ। ਸੋ ਤੁਹਾਡਾ ਪਹਿਲਾਂ ਹੀ ਇੱਥੇ ਸਟਰੈਂਥ ਹੈਗੀ ਸੀ, ਸਾਰੀ ਆਪਣੇ ਜਿਹੜੇ ਲੋਕ ਸੀ ਤੁਹਾਡੇ ਜਾਣ ਪਛਾਣ ਵਾਲੇ ਇੱਥੇ ਹੈਗੇ ਸੀ। ਹਾਂਜੀ। ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਇੱਥੇ? ਮੈਂ 10 ਸਾਲਾਂ ਦਾ ਸੀਗਾ। ਤਾਂ ਆਫ ਕੋਰਸ ਆਂਦੇ ਸਾਰ ਫਿਰ ਸਕੂਲ ਤੁਸੀਂ ਇੱਥੇ ਗਏ ਹੋਵੋਗੇ। ਸੋ ਕਿੰਨੇ ਸਾਲ ਤੁਸੀਂ ਪੋਰਟ ਅਲਬਰਨੀ 'ਚ ਬਿਤਾਏ ਤੇ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਵਾਸਤੇ ਕਿੱਥੇ ਗਏ? ਹਾਂਜੀ, ਅਸੀਂ ਪੋਰਟਲਬਰਨੀ ਤੋਂ ਸਾਡੀ ਫੈਮਿਲੀ ਫਿਰ ਵੈਨਕੂਵਰ ਸਾਊਥ ਦੇ ਵਿੱਚ 1973 'ਚ ਆਈ। ਓਕੇ। ਇੱਕ ਕਾਰਨ ਇਹ ਸੀਗਾ ਕਿ ਮੇਰੇ ਮਦਰ ਦਾ ਫਾਦਰ, ਉਹਨਾਂ ਦੀ ਐਮਫੈਸਿਸ ਇਹ ਸੀਗੀ ਮੇਰੀਆਂ 4 ਭੈਣਾਂ ਲਈ ਤੇ ਮੇਰੇ ਲਈ, ਕਿ ਵੀ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਜ਼ਰੂਰ ਚਾਹੋ। ਰਾਈਟ। ਕਿ ਪੜ੍ਹਾਈ ਤੋਂ ਬਗੈਰ ਕੈਨੇਡਾ ਦੇ ਵਿੱਚ ਫਿਊਚਰ ਨਹੀਂ ਹੈਗਾ। ਰਾਈਟ। ਸੋ ਮੇਰੀਆਂ 2 ਭੈਣਾਂ ਆਲਰੇਡੀ UBC ਜਾ ਰਹੀਆਂ ਸੀਗੀਆਂ, ਤਾਂ ਬਾਕੀ ਫਿਰ ਅਸੀਂ 3 ਜਣੇ ਹੋਰ ਆ ਰਹੇ ਸੀਗੇ। ਸੋ ਮੇਰੇ ਫਾਦਰ ਹੁਣੀ ਕਹਿੰਦੇ ਕਿ ਹੁਣ ਆਪਾਂ ਮੂਵ ਹੋਈਏ ਵੈਨਕੂਵਰ ਨੂੰ। ਸੋ ਅਸੀਂ 1973 'ਚ ਆਏ ਸੀਗੇ। ਰਾਈਟ। ਸੋ ਇੱਥੇ ਆ ਕੇ ਤੁਸੀਂ ਕਿਸ ਫੀਲਡ ਵਿੱਚ ਗਏ ਯੂਨੀਵਰਸਿਟੀ ਦੇ ਵਿੱਚ? ਹਾਂਜੀ, ਮੈਂ ਆਪਣੀ 11ਵੀਂ ਤੋਂ 12ਵੀਂ ਜੌਨ ਆਲਵਰਡ ਸੈਕੰਡਰੀ ਸਕੂਲ ਤੋਂ ਕੀਤੀ। ਓਕੇ। ਉਹ ਤੋਂ ਬਾਅਦ ਫਿਰ ਮੈਂ UBC ਗਿਆ ਜੀ। ਮੇਰੇ ਕੋਲ ਆਰਟਸ ਡਿਗਰੀ ਆ ਸੋਸ਼ੀਓਲੋਜੀ ਦਾ, ਹਿਸਟਰੀ ਦੇ ਵਿੱਚ। 1.5 ਸਾਲ ਮੈਂ ਕਾਮਰਸ ਦੇ ਵਿੱਚ ਵੀ ਲਾਇਆ, ਪਰ ਉਹ ਉਸ ਵੇਲੇ ਇਦਾਂ ਲੱਗਾ ਕਿ ਠੀਕ ਨਹੀਂ ਸੀ ਮੇਰੇ ਵਾਸਤੇ। ਠੀਕ। ਸੋ ਤੁਸੀਂ ਆਪਣੀ ਆਰਟਸ ਦੀ ਡਿਗਰੀ ਕੀਤੀ? ਹਾਂਜੀ। ਉਸ ਤੋਂ ਬਾਅਦ ਕੀ ਕੀਤਾ? ਉਸ ਤੋਂ ਬਾਅਦ ਪਹਿਲਾਂ ਮੇਰੇ ਫਾਦਰ ਹੁਣੀ ਕਾਫੀ ਐਂਟਰਪ੍ਰੈਨਿਓਰੀਅਲ ਰਹੇ ਆ। ਰਾਈਟ। ਪੋਰਟਲਬਰਨੀ ਦੇ ਵਿੱਚ ਵੀ ਇੱਦਾਂ ਇੱਥੇ ਕੁਛ ਲਾਟ ਲਾ ਲਈਏ ਜਾਂ ਬਿਲਡਿੰਗ ਕਰ ਲਈਏ। ਸੋ ਜਦੋਂ ਅਸੀਂ ਵੈਨਕੂਵਰ ਆਏ, ਉਸ ਵੇਲੇ ਮੇਰੇ ਫਾਦਰ ਹੁਣਾਂ ਨੇ ਘਰ ਬਣਾਉਣੇ ਸ਼ੁਰੂ ਕੀਤੇ ਆ। ਉਹ ਆਪਣੀ ਕਮਿਊਨਿਟੀ ਦੇ ਵਿੱਚੋਂ ਆਲਮੋਸਟ ਪਹਿਲੇ ਸੀਗੇ। ਸੋ 11ਵੀਂ 12ਵੀਂ ਉਹਨਾਂ ਸਾਲਾਂ ਦੇ ਵਿੱਚ, ਪਹਿਲੀਆਂ ਯੂਨੀਵਰਸਿਟੀ ਈਅਰਸ ਦੇ ਵਿੱਚ, ਮੈਂ ਆਪਣੇ ਫਾਦਰ ਹੁਣਾਂ ਨਾਲ ਲਾਏ ਘਰ ਬਣਾਉਣੇ ਲਈ, ਆਫਟਰ ਸਕੂਲ ਵੀ ਤੇ ਵੀਕਐਂਡਸ 'ਤੇ ਵੀ। ਤਾਂ ਮੈਂ ਫਿਰ ਮਿਲਾਂ 'ਚ ਵੀ ਕੰਮ ਕੀਤਾ। ਠੀਕ। ਹੋਰ ਵੀ ਮੈਂ ਕਾਫੀ ਕੰਮ ਕੀਤੇ। ਸੋ ਐਂਟਰਪ੍ਰੈਨਿਓਰਲ ਸਪਿਰਿਟ ਜਿਹੜੀ ਹੈਗੀ ਉਹ ਤੁਹਾਡੇ ਪਿਤਾ ਜੀ ਤੋਂ ਤੁਹਾਡੇ ਵਿੱਚ ਉਹ ਵੇਖਣ ਨੂੰ ਮਿਲਦੀ ਹੈ। ਅੱਜ ਤੁਸੀਂ ਇੱਕ ਸਕਸੈਸਫੁਲ ਐਂਟਰਪ੍ਰੈਨਿਓਰ ਹੈਗੇ ਹੋ। ਸੋ ਜਦੋਜਹਿਦ ਕਰਨੀ ਪੈਂਦੀ ਕਿਸੇ ਵੀ ਮੁਕਾਮ ਤੱਕ ਪਹੁੰਚਣ ਲਈ, ਤੇ ਆਫ ਕੋਰਸ ਡੈਡ ਤਾਂ ਬਿਲਡ ਕਰ ਰਹੇ ਸੀ, ਤੁਸੀਂ ਵੀ ਇਸ ਫੀਲਡ ਵਿੱਚ ਆਏ। ਤੇ 80s ਦਾ ਜਿਹੜਾ ਸਮਾਂ ਹੈਗਾ ਸੀ, ਜੋ ਅਸੀਂ ਸੁਣਿਆ ਕਿ ਕਾਫੀ ਇੱਥੇ ਮਾੜਾ ਸਮਾਂ ਵੀ ਆਇਆ ਕਿਉਂਕਿ ਇੰਟਰਸਟ ਰੇਟਸ ਇੰਨੇ ਹਾਈ ਹੋ ਗਏ ਸੀ। ਸੋ ਉਹਦਾ ਵੀ ਕੋਈ ਅਸਰ ਪਿਆ? ਕੀ ਤੁਸੀਂ ਕੰਟੀਨਿਊ ਕਰਦੇ ਰਹੇ ਇਸੀ ਫੀਲਡ ਵਿੱਚ ਜਾਂ ਕਿਤੇ ਚੇਂਜ ਹੋਏ? ਜੀ, ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਸੀਗਾ ਉਦੋਂ ਮੈਂ ਹੋਰ ਪਾਸੇ ਨੂੰ ਵੀ ਪੈ ਗਿਆ ਬਿਜ਼ਨਸ ਦੇ ਵਿੱਚ। ਪਰ ਮੇਰਾ ਵੀ ਐਕਸਪੀਰੀਅੰਸ ਆ, ਮੇਰੇ ਫਾਦਰ ਉਹਨਾਂ ਦਾ ਵੀ ਆ। ਬਹੁਤ ਸਾਰੇ ਬਿਲਡਰ, 9 ਬਿਲਡਰ 10 ਦੇ ਵਿੱਚੋਂ 1980-81 ਦੇ ਵਿੱਚ ਸਭ ਕੁਝ ਲੂਜ਼ ਕਰ ਗਿਆ ਸੀਗੇ। ਪਰ ਉਸ ਵੇਲੇ ਮੇਰੇ ਫਾਦਰ ਉਹਨਾਂ ਨੇ ਫੈਸਲਾ ਕਰ ਲਿਆ ਸੀਗਾ ਕਿ ਵੀ ਮੈਂ ਇੰਡੀਆ ਨੂੰ ਵਾਪਸ ਜਾਣਾ ਚਾਹੁੰਦਾ। ਅੱਛਾ ਜੀ। ਉੱਥੇ ਇਹ ਗੁਰੂ ਨਾਨਕ ਮਿਸ਼ਨ ਨੂੰ ਸ਼ੁਰੂ ਕਰੀਏ। ਤਾਂ ਜਿੰਨੇ ਉਹ ਸਪੈਕੂਲੇਟਿਵ ਪ੍ਰਾਪਰਟੀਜ਼ ਹੁੰਦੀਆਂ ਸੀਗੀਆਂ, ਉਸ ਵੇਲੇ ਉਹਨਾਂ ਨੇ ਵੇਚ ਦਿੱਤੀਆਂ। ਉਹਨਾਂ ਦੇ ਨਾਲ ਇੱਕ ਪਾਰਟਨਰ ਸੀਗਾ। ਸੋ ਉਹਨਾਂ ਨੇ ਅਪਾਰਟਮੈਂਟ ਬਲਾਕ ਲੈ ਲਏ। ਠੀਕ ਹੈ। ਨਨਾਇਮੋ, ਪ੍ਰਿੰਸ ਜਾਰਜ, ਉਹ ਸਾਰੇ ਲੂਜ਼ ਕਰ ਗਏ। ਓਕੇ। ਸੋ ਜਿੰਨੀ ਕਿ ਮੇਰੇ ਫਾਦਰ ਉਹਨਾਂ ਨੇ ਬਿਲਡ ਕੀਤੀ ਸੀ ਬਿਜ਼ਨਸ ਜਾਂ ਐਸੈਟਸ, ਉਹ ਆਲਮੋਸਟ ਸਾਰੇ went down the drain। ਥੋੜ੍ਹੇ ਜਿਹੇ ਘਰ ਰਹਿ ਗਏ ਸੀਗੇ ਕੋਲ। ਸੋ ਉਹਨਾਂ ਦੀ ਤਾਂ ਫਿਰ ਕਮਿਟਮੈਂਟ ਇੰਡੀਆ ਹੋ ਗਈ। ਸਾਡੀ ਫੈਮਿਲੀ ਦੇ ਵਿੱਚ ਇੱਥੇ ਰਹੀ, ਫਿਰ ਕੰਮ ਹੀ ਕਰੀਏ, ਬਿਜ਼ਨਸ ਵੀ ਕਰੀਏ, ਮੇਰੇ ਫਾਦਰ ਉਹਨਾਂ ਨੂੰ ਵੀ ਸਪੋਰਟ ਕਰੀਏ ਇਸ ਕੰਮ ਦੇ ਵਿੱਚ। ਸੋ ਜਦੋਂ ਮੈਂ ਹਜੇ ਯੂਨੀਵਰਸਿਟੀ ਦੇ ਵਿੱਚ ਸੀਗਾ, ਉਦੋਂ ਮੇਰਾ ਕੰਮ ਫਿਰ ਗੈਸ ਸਟੇਸ਼ਨਸ ਵੱਲ ਨੂੰ ਪੈ ਗਿਆ, ਫਿਰ ਟਿਮ ਹੋਰਨਸ ਵੱਲ ਨੂੰ ਪੈ ਗਿਆ। ਸੋ ਇੱਦਾਂ ਦੀਆਂ ਬਿਜ਼ਨਸ ਦੇ ਵਿੱਚ ਰਿਹਾ।
ਸੋ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਦਾ ਤੁਸੀਂ ਨਾਂ ਲਿਆ ਗਿਆ, ਇਹ ਪੰਜਾਬ ਵਿੱਚ ਜਾ ਕੇ ਪਿਤਾ ਜੀ ਨੇ ਕੁਝ ਐਸਟੈਬਲਿਸ਼ ਕੀਤਾ, ਕੀ ਸੀ ਤੇ ਇਹਦਾ ਕੀ ਅਗੇਨ ਮਕਸਦ ਕੀ ਸੀ ਇੱਥੇ ਜਾਣ ਦਾ, ਇਹਨਾਂ ਦਾ ਕੀ ਕਹਿੰਦੇ ਸੀ? ਮੇਰੇ ਫਾਦਰ ਹੁਣੀ ਜਦੋਂ 1947 ਦੇ ਵਿੱਚ ਵੀ ਇਹਨਾਂ ਦਾ ਰੋਲ ਆ ਆਜ਼ਾਦੀ ਮੂਵਮੈਂਟ ਦੇ ਵਿੱਚ। ਓਕੇ। ਫਿਰ ਜਦੋਂ ਆਪਣੀ ਪੰਜਾਬੀ ਸੂਬਾ ਦੀ ਮੂਵਮੈਂਟ ਸੀਗੀ 1950s ਦੇ ਵਿੱਚ ਜੀ, ਉਦੋਂ ਵੀ ਇਹ ਕਾਫੀ ਰਹੇ ਐਕਟਿਵ। ਓਕੇ। ਇਹਨਾਂ ਦੇ ਮਨ ਦੇ ਵਿੱਚ ਉਹਨਾਂ ਸਾਲਾਂ ਵਿੱਚ ਵੀ ਦੋ ਗੱਲਾਂ ਸੀ। ਅੱਛਾ ਜੀ। ਇੱਕ ਤਾਂ ਹਰੇਕ ਇਨਸਾਨ ਲਈ ਇਕੁਅਲ ਹੱਕ ਚਾਹੀਦੇ ਆ ਰਾਈਟ। ਦੇਸ਼ਾਂ ਦੇ ਵਿੱਚ। ਦੂਜੀ ਉਹਨਾਂ ਦਾ ਪਰਪਸ ਇਹ ਸੀਗਾ ਕਿ ਵਿਦਿਆ ਸਾਰਿਆਂ ਲਈ ਚਾਹੀਦੀ ਆ। ਓਕੇ। ਸੋ ਉਹਨਾਂ ਨੇ 1947 ਤੋਂ ਬਾਅਦ 1950 ਦੇ ਵਿੱਚ ਆਲੇ ਦੁਆਲੇ ਕਾਫੀ ਸਕੂਲ ਦੁਆਬੇ ਦੇ ਏਰੀਆ ਦੇ ਵਿੱਚ ਬਣਾਏ ਆ, ਪਿੰਡਾਂ ਦੇ ਵਿੱਚ। Okay. ਸਾਡੇ ਪਿੰਡ ਦੇ ਵਿੱਚ ਵੀ ਬਣਾਇਆ। ਅੱਛਾ। ਸੋ ਉਹ ਕਹਿੰਦੇ ਆ ਕਿ ਕੈਨੇਡਾ ਤਦੋਂ ਆਏ ਆ, ਉਹ ਸੋਚਦੇ ਸੀ ਕਿ ਮੇਰੇ ਬੱਚਿਆਂ ਵਾਸਤੇ ਫਿਊਚਰ ਕਿੱਥੇ ਆ। ਰਾਈਟ। ਚਾਰ ਮੇਰੀਆਂ ਭੈਣਾਂ। ਉਹ ਕਹਿੰਦੇ ਕੈਨੇਡਾ ਮੈਂ ਤਦ ਆਇਆ ਕਿਉਂਕਿ ਮੈਂ ਇੱਥੇ ਸੋਚਦਾ ਸੀਗਾ ਇੱਕ ਤਾਂ ਓਪਰਚੁਨਿਟੀ ਮਿਲੂ ਕੰਮ ਕਰਨ ਦੇ ਲਈ, ਠੀਕ। ਦੂਜੀ ਕਿ ਮੇਰੇ ਨਿਆਣਿਆਂ ਲਈ ਇੱਥੇ ਵਿਦਿਆ ਮਿਲੂਗੀ। ਰਾਈਟ। ਸੋ ਦੋਨੋਂ ਹੀ ਪੁਆਇੰਟਸ, ਇਕੁਐਲਿਟੀ ਤੇ ਜਿਹੜਾ ਐਜੂਕੇਸ਼ਨ ਸੀ ਉਹ ਇੱਥੇ ਪੂਰੇ ਹੁੰਦੇ ਸੀ ਲੜਕੀਆਂ ਵਾਸਤੇ। Right. ਸੋ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀਗਾ, ਮੇਰੀ ਇੱਕ ਛੋਟੀ ਭੈਣ ਆ, ਮੇਰੇ ਫਾਦਰ ਹੁਣੀ ਇਹੀ ਕਹਿੰਦੇ ਹੁੰਦੇ ਸੀ ਕਿ ਜਦੋਂ ਮੇਰੀ ਛੋਟੀ ਭੈਣ ਨੇ 11ਵੀਂ ਕਰ ਲਈ ਪਾਸ, ਉਦੋਂ ਉਹ ਇਦਾਂ ਦਾ ਕੰਮ ਪੰਜਾਬ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਆ। Okay. ਸਪੈਸ਼ਲੀ ਜਿਹੜੀਆਂ ਪਿੰਡੂ ਰੂਰਲ ਲੜਕੀਆਂ ਆ ਜੀ। ਉਹਨਾਂ ਨੂੰ ਵਿਦਿਆ ਦਿੱਤੀ ਜਾਵੇ। ਓਕੇ। ਇਹ ਮੇਨ ਪਰਪਸ ਸੀਗਾ। ਉਹਨਾਂ ਦੇ ਮਨ ਦੇ ਵਿੱਚ ਤਾਂ ਸੀਗਾ ਮੈਡੀਕਲ ਕਾਲਜ ਪਹਿਲਾਂ ਸ਼ੁਰੂ ਕਰੀਏ, ਰਾਈਟ। ਪਰ ਗਰਾਊਂਡ ਰਿਐਲਿਟੀ ਹੋਰ ਸੀਗੀ। ਸੋ ਕਲੀਨਿਕ ਸ਼ੁਰੂ ਕੀਤੀ, ਫਿਰ ਸਕੂਲ ਸ਼ੁਰੂ ਕੀਤੇ। ਹੁਣ ਤਾਂ ਤੁਹਾਨੂੰ ਪਤਾ ਹੈ ਕਿ ਇਹ ਇੱਕ ਲੀਡਿੰਗ ਹੈਲਥ ਦਾ ਐਜੂਕੇਸ਼ਨ ਪ੍ਰੋਵਾਈਡਰ ਇੰਸਟੀਟਿਊਸ਼ਨ ਪੰਜਾਬ ਦੇ ਵਿੱਚ। ਰਾਈਟ। ਅੱਛਾ, ਉਹ ਜਦੋਂ ਡੈਡ ਵਾਪਸ ਚਲੇ ਗਏ ਇੰਡੀਆ, ਤੁਸੀਂ ਇੱਥੇ ਅਜੇ ਯੰਗ ਸੀ, ਆਫ ਕੋਰਸ ਥੋੜਾ ਬਹੁਤਾ ਐਕਸਪੀਰੀਅੰਸ ਤੁਹਾਡੇ ਕੋਲ ਸੀ ਪਰ ਇੰਨਾ ਨਹੀਂ ਸੀ। ਇਹ ਜਦੋਂ ਤੁਸੀਂ ਡਾਈਵਰਸ ਵੱਖਰੀ ਫੀਲਡ ਵਿੱਚ ਜਾਣਾ ਸ਼ੁਰੂ ਕੀਤਾ, ਉਸ ਸਮੇਂ 'ਚ ਸਾਨੂੰ ਲੈ ਕੇ ਚੱਲੋ ਵਾਪਸ ਤੇ ਦੱਸੋ ਕਿ ਤੁਸੀਂ ਕੋਈ ਚੈਲੰਜਸ ਫੇਸ ਕੀਤੇ ਜਾਂ ਐਵਰੀਥਿੰਗ ਜਸਟ ਵੈਂਟ ਔਨ ਗੁੱਡ ਐਂਡ ਗੁੱਡ? ਨੋ ਚੈਲੰਜਸ ਤਾਂ ਮੈਂ ਫੇਸ ਕੀਤੇ ਆ। 81 ਦੇ ਵਿੱਚ ਇੰਟਰਸਟ ਰੇਟ 22% ਦੇ ਸੀਗੇ। ਸਾਡੇ ਕੋਲ ਵੀ 2-3 ਘਰ ਸੀਗੇ, ਅਸੀਂ ਵੀ ਮਾਰ ਖਾਧੀ ਆ। ਮੈਂ ਉਹਨਾਂ ਸਾਲਾਂ ਦੇ ਵਿੱਚ ਆਪਣੇ ਫਾਦਰ ਹੁਣਾਂ ਤੋਂ ਐਡਵਾਈਸ ਲਈ ਗਿਆ। ਜੀ। ਮੇਰੇ ਫਾਦਰ ਹੁਣੀ 2-3 ਗੱਲਾਂ ਕਹਿੰਦੇ ਹੁੰਦੇ ਸੀਗੇ। ਕਹਿੰਦੇ ਇੱਕ ਤਾਂ ਸੱਚਾਈ ਦੇ ਨਾਲ ਕੰਮ ਕਰੋ, ਜੀ, ਕਿਸੇ ਦੇ ਨਾਲ ਹੇਰਾਫੇਰੀ ਨਾ ਕਰੋ, ਤਾਂ ਹਾਰਡ ਵਰਕ ਕਰਨ ਦੀ ਲੋੜ ਆ। ਰਾਈਟ। ਤਾਂ ਬਾਕੀ ਦੇਖੋ ਸਾਰੀ ਕਮਿਊਨਿਟੀ ਦਾ ਭਲਾ ਤੁਸੀਂ ਕਿੱਦਾਂ ਕਰ ਸਕਦੇ ਆ। ਸੋ 1986 ਦੇ ਵਿੱਚ ਮੈਂ ਇੰਡੀਆ ਨੂੰ ਆਪਣੇ ਫਾਦਰ ਨੂੰ ਮਿਲਣ ਗਿਆ। ਉਦੋਂ ਗਰਮੀਆਂ ਸੀਆਂ, ਜੂਨ ਦੀ ਗੱਲ ਆ, ਤਾਂ ਪੰਜਾਬ ਦੇ ਵਿੱਚ ਉਦੋਂ ਕਾਫੀ ਫਸਾਦੀਆ ਹੋ ਰਹੇ ਸੀਗੇ। ਰਾਈਟ। ਸੋ ਮੈਂ ਗਿਆ, ਅਸੀਂ ਗੱਲਾਂ ਬਾਤਾਂ ਕੀਤੀਆਂ। ਉਸ ਸਾਲ ਮੈਂ ਆਪਣੇ ਫਾਦਰ ਨੂੰ ਕਿਹਾ, ਮੈਂ ਕਿਹਾ ਮੈਂ ਲਾ ਸਕੂਲ ਕਰਨਾ ਚਾਹੁੰਦਾ। ਅੱਛਾ। ਤੁਸੀਂ ਵੀ ਮੈਨੂੰ ਅੱਗੇ ਚਾਹੁੰਦੇ ਹੁੰਦੇ ਸੀ ਜਦੋਂ ਮੈਂ ਯੰਗ ਸੀਗਾ, ਰਾਈਟ। ਪਰ ਮੈਂ ਹੁਣ ਬਿਜ਼ਨਸ ਵੱਲ ਨੂੰ ਪੈ ਗਿਆ, ਪਰ ਹੁਣ ਮੇਰੇ ਕੋਲ ਓਪਰਚੁਨਿਟੀ ਆ, ਰਾਈਟ, ਮੈਂ ਜਾ ਸਕਦਾ। ਉਹ ਮੈਨੂੰ ਕਹਿੰਦੇ ਬਰਜਿੰਦਰ ਗੱਲ ਤੇਰੀ ਠੀਕ ਆ, ਪਰ ਮੈਂ ਇਦਾਂ ਸੋਚਦਾ ਕਿ ਤੇਰੇ ਬਿਜ਼ਨਸ ਦੇ ਵਿੱਚ ਵੀ ਕੰਟੈਕਟਸ ਹੈਗੇ ਆ, ਤੂੰ ਥੋੜ੍ਹਾ ਜਿਹਾ ਵਾਲਾ ਐਸਟੈਬਲਿਸ਼ ਵੀ ਹੋ ਗਿਆ ਜੀ, ਤੇਰੇ ਨਿਆਣੇ ਵੀ ਯੰਗ ਆ, ਤੁਸੀਂ ਇਦਾਂ ਕਰੋ ਕਿ ਆਪਣੀ ਬਿਜ਼ਨਸ ਨੂੰ ਵਧਾਓ। ਓਕੇ। ਬਿਜ਼ਨਸ ਦੇ ਰਾਹੀਂ ਤੁਸੀਂ ਹੋਰ ਲੋਕਾਂ ਨੂੰ ਵੀ ਕੰਮ ਦੇ ਸਕਦੇ ਆ। ਰਾਈਟ। ਤਾਂ ਨਾਲ ਬਿਜ਼ਨਸ ਦੇ ਨਾਲ ਜਿਹੜੇ ਮੁਨਾਫੇ ਆਉਂਦੇ ਆ, ਜੇ ਸੋਹਣੇ ਸਾਲ ਲੱਗ ਜਾਣ, ਰਾਈਟ, ਤੁਸੀਂ ਹੋਰ ਇੱਥੇ ਟਾਹਾਂ ਕਲੀਰਾਂ ਵੀ ਗੁਰੂ ਨਾਨਕ ਦੀ ਵੀ ਮਿਸ਼ਨ ਦੀ ਵੀ ਹੈਲਪ ਕਰ ਸਕਦੇ ਆ, ਕੈਨੇਡਾ ਦੀ ਵੀ ਹੈਲਪ ਕਰ ਸਕਦੇ ਆ। ਸੋ ਮੇਰੇ ਫਾਦਰ ਹੋਣਾ ਦੀ ਐਡਵਾਈਸ ਬਹੁਤ ਬੜੀ ਪ੍ਰੈਕਟੀਕਲ ਹੁੰਦੇ ਸੀਗੇ। ਰਾਈਟ। ਸੋ ਉਸ ਚੀਜ਼ ਨੂੰ ਤੁਸੀਂ ਬੰਨਿਆ ਆਪਣੇ ਨਾਲ ਤੇ ਇਸੀ ਸਪਿਰਿਟ ਨੂੰ ਲੈ ਕੇ ਤੁਸੀਂ ਬਿਜ਼ਨਸ ਵਿੱਚ ਹੋਰ ਗਰੋਥ ਕਰਦੇ ਰਹੇ। ਇਹਦੇ ਬਾਰੇ ਗੱਲਬਾਤ ਕਰਦੇ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਕਿ ਇਹ ਜਿਹੜੀ ਤੁਹਾਨੂੰ ਐਡਵਾਈਸ ਮਿਲੀ ਸੀ ਉਸ ਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਨਾਲ ਬੰਨਿਆ ਤੇ ਫਰਦਰ ਕੰਮ ਕੀਤਾ, ਇਸ ਬ੍ਰੇਕ ਤੋਂ ਬਾਅਦ। ਬਰਜਿੰਦਰ ਟਾਹਾਂ ਨਾਲ ਗੱਲਬਾਤ ਚੱਲ ਰਹੀ ਹੈ ਜੀ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ, ਤੇ ਜਿਸ ਤਰ੍ਹਾਂ ਇਹਨਾਂ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਕਿ ਐਂਟਰਪ੍ਰੀਨਿਓਰਲ ਸਪਿਰਿਟ ਜਿਹੜੀ ਸੀ ਇਹਨਾਂ ਵਿੱਚ ਬਚਪਨ ਤੋਂ ਹੀ ਸੀ ਤੇ ਉਸ ਦੇ ਉੱਤੇ ਹੀ ਆਪਣੇ ਪਿਤਾ ਜੀ ਦੀ ਐਡਵਾਈਸ ਦੇ ਉੱਤੇ ਕੰਮ ਕਰਦੇ ਰਹੇ। ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ ਜੀ। ਸੋ ਤੁਸੀਂ ਜਦੋਂ ਉਹਨਾਂ ਨੂੰ ਮਿਲ ਕੇ ਆਏ ਤੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਨਹੀਂ ਬਿਜ਼ਨਸ ਨੂੰ ਹੀ ਪਰਸਿਊ ਕਰੋ ਤੇ ਡਾਈਵਰਸ ਕਰੋ, ਸੋ ਉਸ ਤੋਂ ਬਾਅਦ ਕੀ ਹੋਇਆ? ਉਸ ਵੇਲੇ ਜਦੋਂ ਮੈਂ ਵਾਪਸ ਆਇਆ, ਸੋ ਇੱਕ ਮੇਰੇ ਭਣੋਈਆ ਬ੍ਰਦਰ ਇਨ ਲਾ, ਉਹ ਵੀ ਇੰਡੀਆ ਤੋਂ ਆਇਆ ਸੀ, ਉਹਨਾਂ ਦੀ ਇੰਜੀਨੀਅਰਿੰਗ ਡਿਗਰੀ ਸੀਗੀ। ਅੱਛਾ ਜੀ। ਉਹ ਵੀ ਬਿਜ਼ਨਸ ਕਰਨਾ ਚਾਹੁੰਦੇ ਸੀਗੇ। ਉਹ ਮੈਨੂੰ ਕਹਿੰਦੇ ਬਰਜਿੰਦਰ ਤੁਹਾਡਾ ਇਸ ਗੈਸ ਸਟੇਸ਼ਨ ਕਨਵੀਨੀਅੰਸ ਸਟੋਰਾਂ ਦੇ ਵਿੱਚ ਰੀਅਲ estate ਦੇ ਵਿੱਚ ਪੈਰ ਲੱਗੇ ਹੋ ਆ, ਮੈਂ ਵੀ ਰਲਣਾ ਚਾਹੁੰਦਾ। ਸੋ ਅਸੀਂ 3-4 ਜਣੇ ਇਕੱਠੇ ਹੋ ਕੇ ਅਸੀਂ ਉਸੇ ਸਾਲ 1986-87 ਦੇ ਵਿੱਚ 3-4 ਥੈਂ ਖਰੀਦੇ, ਸਕੁਆਮਿਸ਼, ਮੇਪਲ ਰਿਜ, ਲੈਂਗਲੀ ਦੇ ਵਿੱਚ। ਉੱਥੋਂ ਫਿਰ ਅਸੀਂ ਇਹ ਕੀਤਾ ਕਿ ਬਿਜ਼ਨਸ ਨੂੰ ਵਧਾਈਏ, ਇੱਕ ਸਾਡੇ ਲਈ ਵੀ ਕੰਮ ਆ, ਇੱਕ ਜਿਹੜੇ ਹੋਰ ਜਾਂ ਕੋਈ ਲੋਕਲ ਹੈ ਇੱਥੇ ਕੈਨੇਡੀਅਨ ਬੋਰਡ ਨਾਲ ਜਾਂ ਕੋਈ ਇਮੀਗ੍ਰੈਂਟ ਆ ਰਿਹਾ, ਮਿਲਦੀ ਉਹਨਾਂ ਨੂੰ, ਹਾਂਜੀ, ਉਹਨਾਂ ਨੂੰ ਐਮਪਲੋਇਮੈਂਟ ਅਸੀਂ ਦੇ ਸਕਦੇ ਹਾਂ। ਉਹਦੇ ਨਾਲ ਫਿਰ ਹੌਲੀ ਹੌਲੀ ਕੰਮ ਵਧੀ ਗਏ। ਉੱਥੋਂ ਫਿਰ 90s ਦੇ ਵਿੱਚ, ਲੇਟ 80s ਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਬ੍ਰਾਂਡ ਗੈਸ ਸਟੇਸ਼ਨ ਦਾ ਸ਼ੁਰੂ ਕੀਤਾ।
ਖੈਨਪਟ ਮਾਰਕੀਟਿੰਗ ਅਸੀਂ 11 ਥਾਂ ਖੋਲ੍ਹੇ ਸੀਗੇ। ਓਕੇ ਪਹਿਲਾਂ ਅਸੀਂ ਖੋਲ੍ਹਿਆ ਤਾਂ ਅਖੀਰਲਾ ਅਸੀਂ ਬੰਦ ਕੀਤਾ ਅੱਛਾ। ਕਿਉਂਕਿ ਚੈਲੰਜ ਖਲੋਨੇ ਦੇ ਵਿੱਚ। ਰਾਈਟ ਸੋ ਉਹਦੇ ਵਿੱਚੋਂ ਵੀ ਐਕਸਪੀਰੀਅੰਸ ਆਇਆ। ਰਾਈਟ ਫਿਰ ਡਿਸਟਰੀਬਿਊਸ਼ਨ ਦਾ ਐਕਸਪੀਰੀਅੰਸ ਹੋਇਆ, ਫਿਊਲਸ ਨੂੰ ਹੋਲਸੇਲ ਕਰਨਾ। ਓਕੇ ਤਾਂ ਅਸੀਂ ਫਿਰ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ, ਸਪੈਸ਼ਲੀ BC ਤਾਂ ਵਾਸ਼ਿੰਗਟਨ ਦੇ ਵਿਚਾਲੇ ਐਕਸਪੋਰਟ ਤਾਂ ਇੰਪੋਰਟ ਵੀ ਕਰ ਦਿੰਦੇ ਸੀਗੇ। ਲਿਟਲ ਬਿਟ ਅਬਾਊਟ ਯੂਰ ਫੈਮਿਲੀ, ਉਹਦੇ ਬਾਰੇ ਦੱਸੋ ਕਿ ਹਰ ਸਕਸੈਸਫੁਲ ਬੰਦੇ ਦੇ ਪਿੱਛੇ ਕਿਹਾ ਜਾਂਦਾ ਹੈ ਕਿ ਇੱਕ ਲੇਡੀ ਦਾ ਹੱਥ ਹੁੰਦਾ ਹੈ, ਤੁਹਾਡੀ ਵੀ ਇਹੀ ਅਸੀਂ ਕਹਿ ਸਕਨੇ ਗੱਲਬਾਤ? ਹਾਂਜੀ, ਐਕਚੁਅਲੀ ਕੋਲ ਇੱਕ ਲੇਡੀ ਨਹੀਂ, ਹਾਂ ਕਾਫੀ ਲੇਡੀਜ਼ ਆ ਜੀ। ਇੱਕ ਤਾਂ ਮੇਰੀਆਂ ਹੈਗੀਆਂ 4 ਭੈਣਾਂ, ਠੀਕ ਹੈ ਤਾਂ 3 ਮੇਰੇ ਤੋਂ ਬੜੀਆਂ ਹਾਂ। ਤਾਂ ਇੱਕ ਮੇਰੇ ਤੋਂ ਛੋਟੀ। ਜੀ ਫਿਰ ਮੇਰੀ ਮਦਰ ਆ, ਤਾਂ ਉਧਰੋਂ ਮੇਰੀ ਵਾਈਫ। ਰਾਈਟ ਨਾਲ ਮੇਰੇ ਵੀ 2 ਲੜਕੀਆਂ, ਇੱਕ ਅੱਛਾ। ਲੜਕਾ। ਤਾਂ ਹੋਰ ਦੋਸਤ ਮਿੱਤਰ ਵੀ ਮੇਰੇ ਆ। ਇੱਕ ਮੈਂ ਕਹਿ ਸਕਦਾ ਮੈਂਟਰ ਜਿਹੜਾ ਮੈਨੂੰ ਬਹੁਤ ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ, ਜੀ ਉਹ ਡਾਕਟਰ ਸੈਲੀ ਥੋਰਨ ਆ, ਜਿਹੜੇ UBC ਸਕੂਲ ਆਫ ਨਰਸਿੰਗ ਦੇ ਡਾਇਰੈਕਟਰ ਸੀਗੇ, ਠੀਕ ਹੈ ਜਿਨ੍ਹਾਂ ਨੇ ਸਾਡੇ ਨਾਲ ਇਹ ਪਾਰਟਨਰਸ਼ਿਪ ਕੀਤੀ। ਉਹ ਮੈਨੂੰ ਕਹਿੰਦੇ ਸੀ ਕਿ ਜਿੱਥੇ ਲੜਕੀਆਂ ਦੀ ਵਿੱਦਿਆ ਆ, ਜੀ ਉੱਥੇ ਅਸੀਂ ਤੁਹਾਡੇ ਨਾਲ ਰਲਣੇ ਦੇ ਰੈਡੀ ਆ। ਠੀਕ ਉਹਨਾਂ ਦੀ ਆਪਣੀ ਜ਼ਿੰਦਗੀ, ਉਹਨਾਂ ਦਾ ਆਪਣਾ ਪਰਸਨਲ ਜਿੱਦਾਂ ਰਹਿ ਰਹੇ ਆ, ਤਾਂ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ। ਰਾਈਟ ਸੋ ਪਰ ਜੀ, ਐਸਟੈਬਲਿਸ਼ ਹੋ ਕੇ ਬਿਜ਼ਨਸ ਦੇ ਵਿੱਚ ਇਸ ਮੁਕਾਮ ਤੇ ਤੁਸੀਂ ਪਹੁੰਚ ਗਏ ਕਿ ਏਮਪਲੋਇਮੈਂਟ ਵੀ ਮਿਲਣੀ ਸ਼ੁਰੂ ਹੋ ਗਈ ਲੋਕਾਂ ਨੂੰ, ਇਹ ਹੋ ਗਈ ਇੱਕ ਬਿਜ਼ਨਸ ਤਕਸੀਮਤ ਸੀ। ਪਰ ਉਸ ਤੋਂ ਬਾਅਦ ਕਮਿਊਨਿਟੀ ਨੂੰ ਵਾਪਸ ਦੇਣ ਦਾ ਜਿਹੜਾ ਇੱਕ ਤੁਸੀਂ ਸੋਚ ਰੱਖੀ, ਉਸ ਤੋਂ ਬਾਅਦ ਤੁਸੀਂ ਕੁਝ ਇਨੀਸ਼ੀਏਟਿਵਸ ਲਏ ਇੰਡੀਆ ਦੇ ਨਾਲ, ਕੈਨੇਡਾ ਦੇ ਨਾਲ, ਇੱਥੇ ਫਾਊਂਡੇਸ਼ਨ ਵੀ ਕਾਇਮ ਕੀਤੀ, ਇਹਦੇ ਪਿੱਛੇ ਕੀ ਮਕਸਦ ਸੀ? ਇਹਦੇ ਵਿੱਚ ਇਹ ਸੀਗਾ ਕਿ ਇੱਕ ਤਾਂ ਹੈਗੀ ਗੱਲ, ਇੰਡੀਆ ਮੇਰਾ ਜਨਮ ਆ। ਸੋ 20-25 ਸਾਲ ਜਦੋਂ ਮੈਂ ਪਹਿਲਾਂ ਇੱਥੇ ਆਇਆ, ਜੀ ਉਦੋਂ ਮੇਰਾ ਕੋਈ ਇੰਟਰਸਟ ਨਹੀਂ ਸੀ। ਰਾਈਟ ਸੋ ਮੇਰੇ ਫਾਦਰ ਹੋਣਾ ਨੇ ਜੋ ਕੁਝ ਫੈਸਲਾ ਕੀਤਾ, ਉਹਦੇ ਰਾਹੀਂ ਇਹ ਫਿਰ ਮੇਰੇ ਮਨ 'ਚ ਆਇਆ ਕਿ ਇੱਥੇ ਇੰਡੀਆ ਨਾਲ ਸਾਡਾ ਲਿੰਕ ਆ, ਸਪੈਸ਼ਲੀ ਪੰਜਾਬ ਦੇ ਨਾਲ। ਜੀ ਤਾਂ ਜੇ ਅਸੀਂ ਵਿੱਦਿਆ ਤਾਂ ਹੈਲਥ ਦੇ ਵਿੱਚ ਕੁਝ ਕਰ ਸਕੀਏ, ਉਹ ਕਰਨਾ ਚਾਹੀਦਾ। ਰਾਈਟ ਇੱਥੋਂ ਫਿਰ ਕੈਨੇਡਾ ਦੇ ਵਿੱਚ ਚੈਰਿਟੀ ਬਣੀ ਗਈ। ਇਹ ਸੀਗਾ ਕਿ ਹੁਣ ਬਿਜ਼ਨਸ ਮੇਰੇ ਮਨ ਦੇ ਵਿੱਚ ਇੱਦਾਂ ਹੁੰਦੀ ਆ ਕਿ ਪੈਸਿਆਂ ਦੀ ਪਰਸੂਟ ਨਹੀਂ ਜ਼ਿੰਦਗੀ ਦੇ ਵਿੱਚ ਚਾਹੀਦੀ। ਜੀ ਤੁਸੀਂ ਹਰੇਕ ਨੂੰ ਪੈਸੇ ਦੀ ਲੋੜ ਆ, ਪਰ ਜੇ ਤੁਹਾਡੇ ਕੋਲ ਇੰਨੇ ਕੁ ਬਣ ਗਿਆ ਆ, ਜੇ ਤੁਹਾਡੀਆਂ ਲੋੜਾਂ ਉਹ ਪੂਰੀਆਂ ਕਰ ਦਿੰਦੀਆਂ, ਜੀ ਫਿਰ ਤੁਸੀਂ ਹੋਰ ਵੀ ਕੰਮ ਕਰ ਸਕਦੇ ਆ। Right. ਉਸ ਪੈਸਾ ਇੱਕ ਮੈਕੈਨਿਜ਼ਮ ਆ ਰਾਈਟ ਦੁਨੀਆ ਦੇ ਵਿੱਚ ਭਲਾ something ਕਰਨੇ ਵਾਸਤੇ। betterment, right. ਹਾਂਜੀ, ਪ੍ਰੋਸਪੈਰਿਟੀ ਲਈ। ਸੋ ਅਸੀਂ ਫਿਰ ਇਹ ਸੋਚਿਆ ਕਿ ਹੁਣ ਜਿੱਥੇ ਕਮਿਊਨਿਟੀ ਡਿਵੈਲਪਮੈਂਟ ਹੋ ਰਹੀ ਆ, ਰਾਈਟ ਇੰਟਰਨੈਸ਼ਨਲ ਰਿਲੇਸ਼ਨਸ ਵੱਧ ਰਹੀਆਂ, ਇਦਾਂ ਦੇ ਕੰਮ ਕਰਨੇ ਚਾਹੀਦੇ ਆ। ਉਸ ਦੇ ਨਾਲ ਹੁਣ ਜਿਸ ਤਰੀਕੇ ਨਾਲ ਤੁਸੀਂ ਕੈਨੇਡਾ ਇੰਡੀਆ ਫਾਊਂਡੇਸ਼ਨ ਕਾਇਮ ਕੀਤੀ, ਹੋਰ ਵੀ ਇਨੀਸ਼ੀਏਟਿਵਸ ਲਏ UBC ਨਾਲ ਰਲ ਕੇ, ਪੰਜਾਬ ਨਾਲ, ਕਿ ਬਈ ਮੈਡੀਕਲ ਇਨਫੋਰਮੇਸ਼ਨ ਜਿਹੜੀ ਉਹ ਐਕਸਚੇਂਜ ਹੋਵੇ, ਨਰਸਿੰਗ ਸਟੂਡੈਂਟਸ ਆਉਣ ਜਾਣ, ਇੱਥੇ ਵੀ ਐਸਟੈਬਲਿਸ਼ ਹੋਏ। ਪਰ ਉਸ ਦੇ ਨਾਲ ਫਾਈਨਲੀ ਹੁਣ ਐਸਟੈਬਲਿਸ਼ ਹੋ ਕੇ ਤੁਸੀਂ ਸੋਚਿਆ ਕਿ ਪੋਲਿਟਿਕਸ ਵਾਲੇ ਪਾਸੇ ਮੈਂ ਜਾਵਾਂ, ਤੇ ਵੈਂਕੂਵਰ ਸਾਊਥ ਤੋਂ ਤੁਸੀਂ ਲਿਬਰਲ ਪਾਰਟੀ ਦੇ ਨੋਮੀਨੇਸ਼ਨ ਵਾਸਤੇ ਅੱਗੇ ਆ ਰਹੇ ਹੋ। ਇਸ ਬਾਰੇ ਕੋਈ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਸਮਝਦੇ ਹੋ ਕਿ ਤੁਸੀਂ ਯੂ ਵਿਲ ਬੀ ਦ ਰਾਈਟ ਕੈਂਡੀਡੇਟ, ਅਤੇ ਕਿਉਂ ਲੋਕ ਤੁਹਾਨੂੰ ਸਪੋਰਟ ਕਰਨ? ਇਸ ਬ੍ਰੇਕ ਤੋਂ ਬਾਅਦ ਕਰਨੇ ਗੱਲਬਾਤ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਬਰਜਿੰਦਰ ਟਾਹਾ ਨਾਲ, ਜਿਨ੍ਹਾਂ ਨੇ ਕਿ ਸਾਨੂੰ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਇਹਨਾਂ ਨੇ ਜਦੋਜਹਿਦ ਕੀਤੀ ਤੇ ਉਸ ਦੇ ਸਦਕੇ ਅੱਜ ਉਸ ਮੁਕਾਮ ਤੇ ਪਹੁੰਚੇ ਨੇ ਕਿ ਜਿੱਥੇ ਇਹ ਫਲਰਿਸ਼ ਕਰ ਰਹੇ ਨੇ ਬਿਜ਼ਨਸ ਦੇ ਵਿੱਚ। ਪਰ ਕਮਿਊਨਿਟੀ ਨੂੰ ਜਦੋਂ ਵਾਪਸ ਦੇਣ ਦੀ ਗੱਲ ਆਉਂਦੀ ਹੈ ਤੇ ਇਹਨਾਂ ਨੇ ਸੋਚਿਆ ਕਿ ਇਹ ਵੀ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਜਿੱਥੇ ਆਪਣੇ ਕੋਲ ਇਨਫ ਹੋ ਗਿਆ ਤਾਂ ਬਾਕੀਆਂ ਦੀ ਵੀ ਮਦਦ ਕੀਤੀ ਜਾਵੇ। ਇਸੇ ਸੰਬੰਧ ਵਿੱਚ ਜਿਸ ਤਰ੍ਹਾਂ ਨੇ ਜੋ ਕੁਝ ਦੱਸਿਆ, ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਜੋ ਕੁਝ ਕੀਤਾ ਗਿਆ, ਤੇ ਨਾਲ ਹੁਣ ਖਾਸ ਤੌਰ ਉੱਤੇ ਵੈਂਕੂਵਰ ਸਾਊਥ ਤੋਂ ਜੋ ਇਹ ਲਿਬਰਲ ਪਾਰਟੀ ਦੇ ਨੋਮੀਨੇਸ਼ਨ ਵਿੱਚ ਅੱਗੇ ਆ ਰਹੇ ਨੇ, ਉੱਥੋਂ ਇਹ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਜੇਕਰ ਜਿੱਤ ਗਏ ਐਜ਼ ਮੈਂਬਰ ਪਾਰਲੀਮੈਂਟ ਵਿੱਚ। ਕਿਉਂ ਇਹਨਾਂ ਨੇ ਸੋਚਿਆ, ਆਓ ਇਸ ਦੇ ਬਾਰੇ ਕੁਝ ਗੱਲਬਾਤ ਕਰੀਏ। ਜੀ ਬਰਜਿੰਦਰ ਜੀ, ਸੋ ਫਾਈਨਲੀ ਕੈਨੇਡਾ ਇੰਡੀਆ ਫਾਊਂਡੇਸ਼ਨ ਦਾ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਇਹ ਇੱਕ ਆਰਗੇਨਾਈਜੇਸ਼ਨ ਐਸਟੈਬਲਿਸ਼ ਕੀਤੀ ਗਈ ਕਿ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਕੈਨੇਡਾ ਜਿਹੜੀ ਉਹ ਸਟਰੋਂਗ ਹੋਵੇ ਇਕਨੋਮਿਕਲੀ। ਹੋਰ ਕਿਸ ਤਰੀਕੇ ਨਾਲ ਇਹਨੇ ਤੁਸੀਂ ਕੁਝ ਕੀਤਾ ਵੀ, ਜਾਂ ਸਿਰਫ ਜਿਸ ਤਰ੍ਹਾਂ ਹੁੰਦਾ ਆਮ ਤੌਰ ਤੇ ਆਰਗੇਨਾਈਜੇਸ਼ਨਸ ਬਣ ਜਾਂਦੀਆਂ ਨੇ, ਇੱਕ ਸੈਮੀਨਾਰ ਹੋਇਆ ਤਾਂ ਉਸ ਤੋਂ ਬਾਅਦ ਗੱਲ ਮੁੱਕ ਜਾਂਦੀ ਹੈ, ਥੋੜੀ ਬਹੁਤੀ ਗ੍ਰਾਂਟ ਆ ਜਾਂਦੀ ਹੈ ਤੇ ਗੱਲ ਉੱਥੇ ਹੀ ਰਹਿ ਜਾਂਦੀ ਹੈਗੀ? ਪਹਿਲੀ ਗੱਲ ਤਾਂ ਜੀ, ਅਸੀਂ ਕਈ ਲੋਕੀ ਕਹਿੰਦੇ ਆ ਕਿ ਇਦਾਂ ਦੇ ਆਰਗੇਨਾਈਜੇਸ਼ਨ ਬਣ ਜਾਂਦੇ ਆ ਫੋਟੋ ਖਿਚਾਉਣੇ ਵਾਸਤੇ। ਜੀ ਅਸੀਂ ਐਕਚੁਅਲੀ ਕਾਫੀ ਸਟ੍ਰੈਟੇਜਿਕ ਕੰਮ ਕੀਤਾ। ਓਕੇ, ਉਹਦੇ ਵਿੱਚ ਅਸੀਂ 4 ਕੈਨੇਡਾ ਇੰਡੀਆ ਫੋਰਮ ਕਰ ਹਟੇ ਹਾਂ। ਅੱਛਾ ਜੀ। ਐਨਰਜੀ ਤੇ, ਕਿਉਂਕਿ ਇੰਡੀਆ ਦੇ ਵਿੱਚ ਐਨਰਜੀ ਦੀ ਬਹੁਤ ਲੋੜ ਆ। Right. ਐਨਰਜੀ ਦੀ ਸਿਕਿਉਰਿਟੀ ਬਿਗ ਪ੍ਰਾਇੋਰਟੀ ਇੰਡੀਆ ਦੇ ਜੀ। ਵਿੱਚ ਆ। ਕੈਨੇਡਾ ਪਾਵਰ ਹਾਊਸ ਹੈ ਐਨਰਜੀ ਦੀ। ਫਿਰ ਅਸੀਂ ਕੀਤਾ ਮਿਨਰਲਸ ਐਂਡ ਮਾਈਨਿੰਗ ਦੇ ਵਿੱਚ। ਓਕੇ ਇਹ ਇੰਡਸਟਰੀ ਇੰਡੀਆ ਦੇ ਵਿੱਚ ਕਾਫੀ ਹੋਰ ਡਿਵੈਲਪ ਹੋ ਸਕਦੀ ਆ, ਜੀ, ਤਾਂ ਕੈਨੇਡਾ ਦੇ ਕੋਲ ਟੈਕਨੋਲੋਜੀ ਹੈ। ਰਾਈਟ। ਤਾਂ ਤੀਜਾ ਅਸੀਂ ਐਗਰੀਕਲਚਰ ਤੇ ਫੂਡ ਪ੍ਰੋਸੈਸਿੰਗ ਤੇ ਕੀਤਾ, ਕਿਉਂਕਿ 40% ਜਿਹੜੀ ਫਸਲ ਆ ਜੀ, ਉਹ ਇੰਡੀਆ ਦੇ ਵਿੱਚ ਖਰਾਬ ਹੁੰਦੀ ਆ ਠੀਕ। ਕਿਉਂਕਿ ਪ੍ਰੋਸੈਸਿੰਗ ਨਹੀਂ ਹੋ ਰਹੀ। Right. ਫੂਡ ਸਿਕਿਉਰਿਟੀ ਬਿਗ ਇਸ਼ੂ ਹੈ ਇੰਡੀਆ ਦੇ ਵਿੱਚ। ਤਾਂ ਹੁਣੇ ਅਸੀਂ ਪਿਛਲੇ ਵੀਕਐਂਡ
ਆਟਵਾ ਤੇ ਟੋਰਾਂਟੋ ਦੇ ਵਿੱਚ ਜੀ। ਕੈਨੇਡਾ ਇੰਡੀਆ ਇਨਫਰਾਸਟ੍ਰਕਚਰ ਫੋਰਮ ਕਰ ਹਟੇ ਆ। ਓਕੇ। ਇੰਡੀਆ ਨੇ ਪਿਛਲੇ ਆਉਂਦੇ ਗਾਹਾਂ 5-6 ਸਾਲਾਂ ਦੇ ਵਿੱਚ $1 ਟ੍ਰਿਲੀਅਨ ਦੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨੀ ਪੈਣੀ ਹੈ। ਓਕੇ। ਸਾਡੀ ਐਕਸਪਰਟਿਜ਼ ਹੈ ਕੈਨੇਡਾ ਦੇ ਵਿੱਚ। ਇੰਡੀਆ ਕੈਨੇਡਾ ਲਈ ਵੀ ਤੇ BC ਲਈ ਵੀ ਜੀ। ਪ੍ਰਾਇੋਰਟੀ ਮਾਰਕੀਟਸ ਆ ਇਸ ਵੇਲੇ। ਸੋ ਅਸੀਂ ਇਹ ਬਿਜ਼ਨਸ ਹਾਈ ਲੈਵਲ ਬਿਜ਼ਨਸ ਬੰਦਿਆਂ ਨੂੰ ਲਿਆ ਰਹੇ ਹਾਂ। ਠੀਕ ਹੈ। ਗਵਰਨਮੈਂਟ ਤੇ ਐਡਮਿਨਿਸਟ੍ਰੇਟਿਵ ਯੂਨੀਵਰਸਿਟੀ ਨਾਲ ਵੀ ਕਿ ਅੰਡਰਸਟੈਂਡਿੰਗ ਨਾਲ ਸਾਂਝਾ ਬਣ ਕੇ ਜਿਹੜੇ Right. ਇਸ਼ੂਜ਼ ਆ ਪਾਲਿਸੀ ਇਸ਼ੂਜ਼ ਆ ਇਹਨਾਂ ਏਰੀਆਜ਼ ਦੇ ਆਲੇ ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਓਕੇ। ਸੋ ਮੋਰ ਸਮੂਥ ਰਿਲੇਸ਼ਨਸ਼ਿਪ ਬਣ ਸਕਣ। ਰਾਈਟ। ਐਂਡ ਜਿਹੜੇ ਪਿਛਲੇ ਤੁਸੀਂ ਫੋਰਮਸ ਕੀਤੇ ਜਿਹਦੇ 'ਚ ਕਿ ਤੁਸੀਂ ਮਾਈਨਿੰਗ ਦੀ ਗੱਲ ਕੀਤੀ, ਐਗਰੀਕਲਚਰ ਦੀ ਗੱਲ ਕੀਤੀ, ਕੀ ਉਹਦਾ ਕੋਈ ਰਿਜ਼ਲਟ ਵੀ ਹੁਣ ਸਾਨੂੰ ਮਿਲਿਆ ਅਜੇ ਤੱਕ? ਹਾਂਜੀ, ਰਿਜ਼ਲਟ ਇੱਕ ਮੈਂ ਦੱਸਦਾ, ਜਿਹੜੀ ਅਸੀਂ ਪਹਿਲੀ ਕਾਨਫਰੰਸ ਕੀਤੀ ਸੀਗੀ ਜੀ। ਐਨਰਜੀ ਤੇ, ਹਾਂ। ਉਹਦੇ ਵਿੱਚ ਜਿਹੜਾ ਸਿਵਲ ਨਿਊਕਲੀਅਰ ਐਗਰੀਮੈਂਟ ਦੋਹਾਂ ਦੇਸ਼ਾਂ ਦੇ ਵਿਚਾਲੇ ਹੋਇਆ, ਬਿਹਾਈਂਡ ਦਾ ਸੀਨ ਉਹਦੇ ਵਿੱਚ ਸਾਡਾ ਰੋਲ ਆ। ਓ ਵੰਡਰਫੁਲ। ਕਿਉਂਕਿ ਅਸੀਂ ਇਹ ਪੁਸ਼ ਕੀਤਾ ਸੀਗਾ। ਰਾਈਟ। ਤਾਂ ਹੁਣ ਐਗਰੀਕਲਚਰ ਦੇ ਵਿੱਚੋਂ 2 ਸਾਲ ਹੋਏ ਅਸੀਂ ਸਸਕੈਚੁਅਨ ਤੇ ਵੈਨਕੂਵਰ ਕੀਤਾ। ਜੀ। ਉਹਦੇ ਰਾਹੀਂ ਹੁਣ ਯੂਨੀਵਰਸਿਟੀ ਨਾਲ ਰਿਸਰਚ ਤੇ ਵੀ ਲਿੰਕ ਆ। ਇੱਕ ਮੈਂ Right. ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ। ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹਨੂੰ ਕਿ ਬਾਜਰਾ ਕਹਿੰਦੇ ਹੁੰਦੇ ਸੀ। ਜੀ। ਬਾਜਰਾ ਅੱਗੇ ਲੋਕੀ ਲਾਉਂਦੇ ਹੁੰਦੇ ਸੀ। ਰਾਈਟ। ਉਹ ਖਤਮ ਹੋ ਗਿਆ ਸੀ। ਉਹ ਖਤਮ ਹੋ ਗਿਆ। Right. ਕਿਉਂਕਿ ਇੰਡੀਆ ਦੀ ਜਿਹੜੀ ਪਾਲਿਸੀ ਸੀਗੀ ਕਣਕ ਤਾਂ ਚੌਲਾਂ ਤੇ ਜੀ। ਪ੍ਰੈਸ਼ਰ ਪਾ ਦਿੱਤਾ। ਰਾਈਟ। ਬਾਜਰੇ ਦੇ ਵਿੱਚ ਜ਼ਿਆਦਾ ਪ੍ਰੋਟੀਨ ਮਿਲਦੀ ਆ, ਰਾਈਟ। ਜ਼ਿਆਦਾ ਉਹਦੇ ਵਿੱਚ ਨਿਊਟ੍ਰੀਸ਼ਨ ਆ, ਠੀਕ। ਪਰ ਉਹ ਪਾਲਿਸੀ ਕਰਕੇ ਬਾਜਰੇ ਦੀ ਖੇਤੀਬਾੜੀ ਨਹੀਂ ਹੋ ਰਹੀ। ਓਕੇ। ਹੁਣ ਬੈਂਗਲੌਰ ਦੇ ਵਿੱਚ ਜਿਹੜੀ ਉੱਥੇ ਐਗਰੀਕਲਚਰ ਯੂਨੀਵਰਸਿਟੀ ਦਾ ਕੈਨੇਡਾ ਦੀਆਂ 3-4 ਯੂਨੀਵਰਸਿਟੀਆਂ ਓਕੇ। ਬਾਜਰੇ ਦੇ ਬੀਆਂ ਤੇ ਰਿਸਰਚ ਕਰ ਰਹੀਆਂ। ਅੱਛਾ। ਤਾਂ ਹੌਲੀ ਹੌਲੀ ਹੁਣ ਬਾਜਰੇ ਨੂੰ ਰੀਇੰਟਰੋਡਿਊਸ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ, ਕਿਉਂਕਿ ਪਾਣੀ ਘੱਟ ਲੈਂਦਾ। ਬਿਲਕੁਲ। এনवायरमेंट ਵਾਸਤੇ ਵਧੀਆ ਹੈ। এনवायरमेंट ਵਾਸਤੇ ਵਧੀਆ। ਠੀਕ। ਸੋ ਇਹ ਮੈਂ ਆਪਣੇ ਅੱਖੀਂ ਦੇਖਿਆ ਹੁਣ ਜਦੋਂ ਮੈਂ ਗਵਰਨਰ ਜਨਰਲ ਦੇ ਨਾਲ ਗਿਆ। ਦੈਟਸ ਵੰਡਰਫੁਲ। ਇਦਾਂ ਦੀਆਂ ਗੱਲਾਂ ਦੇ ਵਿੱਚ ਸਾਡੀ ਫਾਊਂਡੇਸ਼ਨ ਦਾ ਰੋਲ ਕਈਆਂ ਥਾਂ ਤੇ ਡਾਇਰੈਕਟ ਆ, Right. ਕਈਆਂ ਥਾਂ ਤੇ ਇਨਡਾਇਰੈਕਟਲੀ ਤੁਸੀਂ indirect ਸਪੋਰਟ ਆ। ਕਰਦੇ ਹੋ। ਓਕੇ। ਹਾਂਜੀ। ਹੁਣ ਗੱਲ ਕਰੀਏ ਕਿ ਇਹ ਫਾਈਨਲੀ ਐਸਟੈਬਲਿਸ਼ ਹੋ ਕੇ ਹੁਣ ਤੁਸੀਂ ਸੋਚਿਆ ਕਿ ਪੋਲਿਟਿਕਸ ਵਾਲੇ ਪਾਸੇ ਧਿਆਨ ਦਿੱਤਾ ਜਾਵੇ। ਵਾਟ ਪ੍ਰੋਮਪਟਡ ਯੂ ਟੂ ਥਿੰਕ ਕਿ ਬਈ ਮੈਂ ਆਪਣਾ ਜੋ ਐਕਸਪੀਰੀਅੰਸ ਹੈ ਉਸ ਦਾ ਮੈਂ ਬੈਨੀਫਿਟ ਜੋ ਹੈ ਉਹ ਦੇ ਸਕਣਾ ਐਜ਼ ਅ ਪੋਲੀਟੀਸ਼ੀਅਨ? ਹਾਂਜੀ, ਉਹਦੇ ਵਿੱਚ ਪਿਛਲੇ 10 ਸਾਲਾਂ ਤੋਂ ਮੈਨੂੰ ਬਹੁਤ ਸਾਰੇ ਬੰਦੇ ਕਹਿ ਰਹੇ ਆ, ਪਾਰਟੀਆਂ ਵੀ ਪੁੱਛ ਰਹੀਆਂ ਜੀ। ਕਿ ਬਾਰਜ ਤੂੰ ਰਨ ਕਰਨਾ ਚਾਹੁੰਦਾ? ਅਸੀਂ ਚਾਹੁੰਦੇ ਆ। ਜੀ। ਸੋ ਮੈਂ ਤਿਆਰ ਨਹੀਂ। ਸੋ ਹੁਣ ਫੈਸਲਾ ਕੀਤਾ, ਦੋਸਤਾਂ ਮਿੱਤਰਾਂ ਨੇ, ਫਰੈਂਡਸ ਨੇ, Right. ਹੋਰਨਾਂ ਨੇ ਕਿਹਾ। ਸੋ ਇਸ ਵੇਲੇ ਜਿੱਥੇ ਮੇਰੀ ਜ਼ਿੰਦਗੀ ਆ, ਮੈਂ ਸੋਚਿਆ ਕਿ ਮੈਂ ਹੁਣ ਕੈਨੇਡਾ ਵਾਸਤੇ ਜੀ। ਪਾਰਲੀਮੈਂਟ ਦੇ ਵਿੱਚ ਕੰਟਰੀਬਿਊਟ ਕਰ ਸਕਦਾ। 3 ਗੱਲਾਂ ਮੈਂ ਲਿਆ ਰਿਹਾ ਟੇਬਲ ਤੇ। ਜੀ। ਇੱਕ ਮੇਰਾ ਬਿਜ਼ਨਸ ਐਕਸਪੀਰੀਅੰਸ, ਰਾਈਟ। ਇੱਕ ਮੇਰਾ ਐਕਸਪੀਰੀਅੰਸ ਇੰਟਰਨੈਸ਼ਨਲ ਕੋਲੈਬੋਰੇਸ਼ਨਸ, ਤੇ ਤੀਜਾ ਗੱਲ ਹੈਗਾ ਐਜੂਕੇਸ਼ਨ ਤੇ। ਓਕੇ। ਅੱਜ ਦੀ ਲੋੜ ਕੈਨੇਡਾ ਦੇ ਵਿੱਚ ਰਾਈਟ। ਐਂਟਰਪ੍ਰੈਨਿਓਰਸ਼ਿਪ ਦੀ ਲੋੜ ਆ, ਇਨੋਵੇਸ਼ਨ ਦੀ ਲੋੜ ਆ, ਜੀ। ਵਿਦਿਆ ਦੀ ਲੋੜ ਆ। ਠੀਕ। ਈਵਨ ਦੋ ਸਾਡੀ ਜਿਹੜਾ ਵਿਦਿਆ ਦਾ ਸਿਸਟਮ ਆ ਕੈਨੇਡਾ ਦੇ ਵਿੱਚ ਬਹੁਤ ਵਧੀਆ ਆ Right. ਹੋਰ ਦੇਸ਼ਾਂ ਦੇ ਮੁਤਾਬਕ, ਪਰ ਕਾਸਟ ਵਧੀ ਜਾਂਦਾ, ਸਪੈਸ਼ਲੀ Right. ਜਿਹੜਾ ਪੋਸਟ ਹਾਈ ਸਕੂਲ ਉਹਦਾ ਕਾਸਟ ਵਧੀ ਜਾਂਦਾ। ਠੀਕ। ਤਾਂ ਆਈ ਥਿੰਕ ਸਾਨੂੰ ਅਫੋਰਡੇਬਲ ਹਾਇਰ ਜਿਹੜੀ ਐਜੂਕੇਸ਼ਨ ਆ ਉਹਦੇ ਬਾਰੇ ਧਿਆਨ ਦੇਣ ਦੀ ਲੋੜ ਆ। ਵੈਨਕੂਵਰ ਸਾਊਥ ਨੈਚੁਰਲ ਫਿਟ ਆ ਮੇਰੇ ਵਾਸਤੇ। ਮੇਰੀ ਵਾਈਫ ਦੀ ਫੈਮਿਲੀ ਨੂੰ ਇਸ ਰਾਈਡਿੰਗ ਦੇ ਵਿੱਚ ਰਹਿੰਦਿਆਂ ਨੂੰ 1947 ਤੋਂ ਰਹਿੰਦੇ ਆ। ਓਕੇ। ਅਸੀਂ 1973 ਤੋਂ ਰਹਿ ਰਹੇ ਹਾਂ। ਰਾਈਟ। ਮੇਰੇ ਮਦਰ ਤੇ ਮੇਰੇ ਫਾਦਰ ਉਹਨਾਂ ਦਾ ਘਰ ਰਾਈਟ। ਮੇਰੀਆਂ ਭੈਣਾਂ ਦੇ ਘਰ ਉਸੇ ਰਾਈਡਿੰਗ ਦੇ ਵਿੱਚ ਵੀ ਆ। ਠੀਕ। ਤਾਂ ਹੋਰ ਸਾਡੇ ਦੋਸਤ ਮਿੱਤਰ ਬਹੁਤ ਆ। Right. ਸੋ ਮੇਰਾ ਫੀਲਿੰਗ ਇਹ ਆ ਕਿ ਜੋ ਕੁਛ ਮੇਰਾ ਐਕਸਪੀਰੀਅੰਸ ਆ, ਮੈਂ ਅਫੀਸ਼ੀਅਲ ਵਿਜ਼ਿਟਸ ਤੇ ਵੀ ਜਾ ਰਿਹਾ ਜਿੱਥੇ ਮੈਂ ਅਫੀਸ਼ੀਅਲ ਡੈਲੀਗੇਟ ਪ੍ਰਾਈਮ ਮਿਨਿਸਟਰ ਦੇ ਨਾਲ, ਪ੍ਰੀਮੀਅਰਸ ਦੇ ਨਾਲ, ਗਵਰਨਰ ਜਨਰਲ ਦੇ ਨਾਲ ਇੰਡੀਆ ਜਾ ਰਿਹਾ। ਬਾਕੀ ਜਿਹੜਾ ਮੇਰਾ ਨੌਲੇਜ ਆ ਜਾਂ ਐਕਸਪੀਰੀਅੰਸ ਆ, ਰਾਈਟ, ਇਦਾਂ ਦੀਆਂ ਰਿਲੇਸ਼ਨਸ਼ਿਪਸ ਬਿਲਡ ਉਹ ਕਰਨੀਆਂ, ਹੈਲਪ ਕਰੇਗਾ। ਉਹ ਹੈਲਪ ਕਰੇਗਾ। ਬਹੁਤ ਖੂਬ। ਤੇ ਅਖੀਰ ਵਿੱਚ ਇਹ ਦੱਸੋ ਕਿ ਜਿਸ ਮੁਕਾਮ ਤੱਕ ਤੁਸੀਂ ਪਹੁੰਚੇ, ਤੁਸੀਂ ਇਸ ਨੂੰ ਕਿਸ ਚੀਜ਼ ਨੂੰ ਅਸਕ੍ਰਾਈਬ ਕਰੋਗੇ, ਤੇ ਖਾਸ ਤੌਰ ਉੱਤੇ ਜਿਹੜੇ ਸਾਡੇ ਯੰਗਸਟਰਸ ਨੇ ਜਿਹੜੇ ਕਿ ਐਂਟਰਪ੍ਰੀਨਿਓਰਸ ਬਣਨਾ ਚਾਹੁੰਦੇ ਨੇ, ਕਿਉਂਕਿ ਅੱਜ ਅਸੀਂ ਬਹੁਤ ਸਾਰੇ ਡਾਕਟਰਸ, ਇੰਜੀਨੀਅਰਸ ਇਹਨਾਂ ਫੀਲਡਸ ਵਿੱਚ ਜਾਣਾ ਚਾਹੁੰਦੇ ਹਾਂ, ਬਹੁਤ ਵਧੀਆ ਗੱਲ ਹੈ। ਪਰ ਇੱਕ ਚੀਜ਼ ਅਸੀਂ ਅੱਜ ਲੈਕ ਕਰ ਰਹੇ ਹਾਂ ਜਿਹੜੀ ਨਜ਼ਰ ਆ ਰਹੀ ਹੈ ਕਿ ਆਪਣੇ ਭਾਈਚਾਰੇ 'ਚ ਜਿਸ ਤਰ੍ਹਾਂ ਪਹਿਲਾਂ ਇੱਕ ਥਰਸਟ ਹੁੰਦਾ ਸੀ ਤੁਹਾਡੀ ਏਜ ਗਰੁੱਪ ਵਿੱਚ ਕਿ ਅਸੀਂ ਐਂਟਰਪ੍ਰੀਨਿਓਰਸ ਬਣ ਕੇ ਨਾ ਸਿਰਫ ਆਪ ਇਸਟੈਬਲਿਸ਼ ਹੋਈਏ ਪਰ ਬਾਕੀਆਂ ਨੂੰ ਵੀ ਇਸਟੈਬਲਿਸ਼ ਕਰੀਏ, ਉਹ ਥੋੜ੍ਹਾ ਜਿਹਾ ਪਿੱਛੇ ਨੂੰ ਹਟ ਰਿਹਾ। ਸੋ ਵਾਟ ਵੁੱਡ ਬੀ ਯੋਰ ਮੈਸੇਜ ਟੂ ਦ ਯੰਗਸਟਰਸ ਸਪੈਸ਼ਲੀ ਕਿ ਜੇਕਰ ਉਹਨਾਂ ਨੇ ਇਸ ਫੀਲਡ ਵਿੱਚ ਆਉਣਾ ਹੈ, ਉਹਨਾਂ 'ਚ ਕਿਹੜੇ ਇਨਗਰੀਡੀਐਂਟਸ ਹੋਣੇ ਚਾਹੀਦੇ ਨੇ ਕਾਮਯਾਬੀ ਵਾਸਤੇ? ਇੱਕ ਤਾਂ ਤੁਸੀਂ ਇਨਕੁਇਜ਼ਿਟਿਵਨੈਸ ਚਾਹੀਦੀ ਜੀ। ਦੇਖਣਾ ਦੁਨੀਆ 'ਚ ਕੀ ਹੋ ਰਿਹਾ, ਅੱਖਾਂ ਖੋਲ ਕੇ ਦੇਖੋ। Right. ਨਾਲ ਇਹ ਆ ਕਿ ਪ੍ਰੋਬਲਮਸ ਸਾਰੀ ਪਾਸੇ ਹੈਗੀਆਂ। ਜੀ। ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਤੁਸੀਂ ਉਹਨਾਂ ਦਾ ਸੋਲੂਸ਼ਨਸ ਜਿਹੜੀਆਂ ਤੁਸੀਂ ਲੱਭ ਸਕਦੇ ਆ। ਜੀ। ਪਰ ਇੱਕ ਪ੍ਰੋਬਲਮ ਕਈ ਵਾਰੀ ਤੁਹਾਡੇ ਕੋਲ ਮਲਟੀਪਲ ਸੋਲੂਸ਼ਨਸ ਹੁੰਦੀਆਂ। Right. ਇੱਕ ਤਾਂ
ਸਕੂਲ ਜਾਣਾ, ਹਾਈ ਸਕੂਲ ਕੰਪਲੀਟ ਕਰਨਾ। ਜੀ। ਹੁਣ ਬਹੁਤ ਸਾਰੇ ਹਾਈ ਸਕੂਲਾਂ ਦੇ ਵਿੱਚ ਬੜੇ ਇਨੋਵੇਟਿਵ ਲਰਨਿੰਗ ਪ੍ਰੋਗਰਾਮਸ ਆ ਰਹੇ ਆ, ਠੀਕ। ਜਿੱਥੇ ਉਹ ਇਨੋਵੇਸ਼ਨ ਟੀਚ ਕਰ ਰਹੇ ਆ, ਐਂਟਰਪ੍ਰੀਨਿਓਰਸ਼ਿਪ ਟੀਚ Right. ਕਰ ਰਹੇ ਆ। ਨਾਲ ਇਹ ਜਿਹੜੀਆਂ ਨਵੀਆਂ ਕਾਢਾਂ ਨਿਕਲ ਰਹੀਆਂ, ਜੀ। ਉਹਨਾਂ ਵੱਲ ਨੂੰ ਫੋਕਸ ਦੇਣ ਦੀ ਲੋੜ ਆ। ਸੋ ਜੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਦਾ, ਆਪਣੀ ਜਿਹੜੀ ਪੰਜਾਬੀ ਜਾਂ ਸਾਊਥ ਏਸ਼ੀਅਨ ਪਾਪੂਲੇਸ਼ਨ, Right. ਆਈ ਥਿੰਕ ਸਾਡੇ ਮਾਂ-ਬਾਪਾਂ ਨੂੰ ਆਪਣੇ ਨਿਆਣਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਪੜ੍ਹਨੇ ਲਈ। ਠੀਕ। ਸਕੂਲ ਪੜ੍ਹੋ, ਜਾਵੋ, 12ਵੀਂ ਕਰੋ, ਉਹ ਤੋਂ ਬਾਅਦ ਫਿਰ ਹੋਰ ਕਾਲਜ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਓ Right. ਤਾਂ ਐਂਟਰਪ੍ਰੀਨਿਓਰਸ਼ਿਪ ਵੱਲ ਨੂੰ ਜਾਵੋ, ਠੀਕ। ਕਿਉਂਕਿ ਜਿਹੜਾ ਫਿਊਚਰ ਆ ਜੀ। ਉਹਦੇ ਵਿੱਚ ਜਿਹੜੀਆਂ ਨਵੀਆਂ ਕਾਢਾਂ ਤੁਸੀਂ ਕੱਢ ਰਹੇ ਆ, ਉਹਨਾਂ ਦੇ ਰਾਹੀਂ ਤੁਸੀਂ ਬਹੁਤ ਕੰਮ ਦੇ ਸਕਦੇ ਆ। ਰਾਈਟ। ਮੈਂ ਮਾੜਾ ਜਿਹਾ ਤੁਹਾਨੂੰ ਐਗਜ਼ਾਮਪਲ ਦਿੰਦਾ, ਹੁਣੇ ਅਸੀਂ ਜਿਹੜੇ ਨਾਰਾਇਣ ਮੂਰਤੀ ਆ, ਫਾਊਂਡਰ ਇਨੋਫੋਸਿਸ ਵਾਲੇ, ਜੀ। ਉਹਨਾਂ ਨੂੰ ਅਸੀਂ ਅਵਾਰਡ ਦਿੱਤਾ ਟੋਰਾਂਟੋ ਆ ਪਿਛਲੇ ਸੰਡੇ। ਓਕੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀ ਕੀਤਾ, 1981 ਦੇ ਵਿੱਚ ਜੀ। $250 ਦੇ ਨਾਲ ਬਿਲਕੁਲ ਸ਼ੁਰੂਆਤ 6 ਕੀਤੀ ਬੰਦਿਆਂ ਸੀ। ਦੇ ਨਾਲ ਉਹਨਾਂ ਨੇ ਸ਼ੁਰੂ ਤੇ ਕੀਤਾ। ਅੱਜ ਇਹ ਮਲਟੀ ਬਿਲੀਅਨ ਡਾਲਰ ਅੱਜ $9 ਬਿਲੀਅਨ ਉਹਨਾਂ ਦੀ ਰੈਵਨਿਊ ਹੈ ਦੁਨੀਆ ਦੇ ਵਿੱਚ। 165,000 ਬੰਦੇ ਨੂੰ ਕੰਮ ਦੇ ਰਹੇ ਆ ਦੁਨੀਆ ਦੇ ਵਿੱਚ। ਤਾਂ ਸਾਡੇ ਬੱਚੇ ਇਦਾਂ ਦਾ ਕੰਮ ਕਰ ਸਕਦੇ ਆ। ਬਹੁਤ ਖੂਬ ਜੀ। ਬੈਸਟ ਵਿਸ਼ੇਸ ਫॉर योर ਫਿਊਚਰ ਇੰਡੇਵਰਸ। ਤੇ ਜਾਂਦੇ ਜਾਂਦੇ ਇੱਕ ਚੀਜ਼ ਕਿ ਕੋਈ ਰਿਗਰੈਟਸ ਤਾਂ ਨਹੀਂ ਹੈਗੀ ਜ਼ਿੰਦਗੀ ਦੇ? ਨੋ, ਮੇਰੇ ਕੋਲ ਕੋਈ ਰਿਗਰੈਟਸ ਨਹੀਂ। ਵੰਡਰਫੁਲ ਜੀ। ਇਟ ਵਾਸ ਅ Thank you. ਪਲੇਜ਼ਰ ਟਾਕਿੰਗ ਯੂ। ਬੈਸਟ ਵਿਸ਼ੇਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਥੈਂਕ ਸ਼੍ਰੀ ਯੂ। ਅਕਾਲ ਜੀ।